ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। 12 ਮਈ 2020 ਯਾਨੀ ਕਿ ਇੰਟਰਨੈਸ਼ਨਲ ਨਰਸਿੰਗ ਡੇ ਅੱਜ ਹੈ, ਜਿਸ ਦੇ ਚੱਲਦਿਆਂ ਕਰਫਿਊ ਲੱਗਾ ਹੋਇਆ ਹੈ। ਕਰੋਨਾ ਵਾਇਰਸ ਦਾ ਪੈਂਡੇਮਿਕ ਫੈਲਿਆ ਹੋਇਆ ਹੈ, ਪੂਰੀ ਦੁਨੀਆ ਦੇ ਵਿੱਚ ਲੋਕਡਾਊਨ ਲੱਗਾ ਹੋਇਆ ਹੈ, ਜਿਸ ਕਾਰਨ ਕਾਫੀ ਚੀਜ਼ਾਂ ਠੱਪ ਹੋ ਚੁੱਕੀਆਂ ਨੇ। ਲੋਕਾਂ ਦੀ ਇਨਕਮ ਵੀ ਰੁਕ ਚੁੱਕੀ ਹੈ ਤੇ ਕਾਫੀ ਜ਼ਿਆਦਾ ਸਰਵਾਈਵ ਕਰਨਾ ਪੈ ਰਿਹਾ ਹੈ ਇਸ ਵੇਲੇ ਪ੍ਰਾਈਵੇਟ ਸੈਕਟਰ ਨੂੰ, ਭਾਵੇਂ ਉਹ ਹੈਲਥ ਸੈਕਟਰ ਹੈ ਜਾਂ ਕੋਈ ਵੀ ਇੰਡਸਟਰੀ ਹੈ। ਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਜਲੰਧਰ ਦੇ ਮੰਨਤ ਹਸਪੀਟਲ ਤੋਂ ਡਾਕਟਰ ਸ਼ਵੇਤਾ ਨੰਦਾ ਜੀ, ਜੋ ਕਿ ਗਾਇਨੋਕੋਲੋਜਿਸਟ ਵੀ ਨੇ। ਤੇ ਇਸ ਦੌਰਾਨ ਮੈਮ ਸਭ ਤੋਂ ਪਹਿਲਾਂ ਤੁਹਾਡੇ ਨਾਲ ਕੁਐਸਚਨ ਇਹ ਬਣਦਾ ਹੈ ਮੇਰਾ ਜੀ ਕਿ ਲੇਡੀਜ਼ ਨੂੰ, ਭਾਵੇਂ ਉਹ ਹਾਊਸਵਾਈਫਸ ਨੇ ਜਾਂ ਪ੍ਰੋਫੈਸ਼ਨਲਸ ਨੇ, ਇਸ ਪੈਂਡੇਮਿਕ ਕਾਰਨ ਕਿੰਨਾ ਕੁ ਇਫੈਕਟ ਆਇਆ ਹੈ ਜਾਂ ਕਿਸ ਤਰੀਕੇ ਨਾਲ ਇਫੈਕਟ ਕੀਤਾ ਹੈ ਇਸ ਨੇ? ਲੇਡੀਜ਼ ਦੇ ਵਿੱਚ ਵੀ ਜਿੱਦਾਂ ਕਿ ਬਾਕੀ ਵੀ ਸਾਰੀ ਦੁਨੀਆ ਦੇ ਵਿੱਚ ਹੀ ਅੱਜ ਕੱਲ੍ਹ ਜਿਹੜੀ ਹੈਗੀ ਕਰੋਨਾ ਦੀ ਜਿਹੜੀ ਪ੍ਰੋਬਲਮ ਹੈ, ਉਸ ਕਰਕੇ ਕਾਫੀ ਜਿਹੜਾ ਸਟ੍ਰੈਸ ਲੈਵਲ ਹੈ ਇਹ ਹਾਈ ਹੋਇਆ ਹੈ। ਫੈਮਿਲੀ ਲੇਡੀਜ਼ ਦੇ ਉੱਤੇ ਇੱਕ ਐਡੀਸ਼ਨਲ ਰਿਸਪੌਂਸਿਬਿਲਿਟੀ ਹੈ ਕਿ ਉਹਨਾਂ ਨੇ ਆਪਣੇ ਫੈਮਿਲੀ ਦੀ ਵੀ ਲੁੱਕ ਆਫਟਰ ਕਰਨੀ ਹੈਗੀ ਹੈ, ਬੱਚਿਆਂ ਦੀ ਵੀ ਲੁੱਕ ਆਫਟਰ ਕਰਨੀ ਹੈ। ਅੱਜ ਕੱਲ੍ਹ ਲੋਕਡਾਊਨ ਦੇ ਕਰਕੇ ਜਿੱਦਾਂ ਐਡੀਸ਼ਨਲ ਹੈਲਪ ਵੀ ਕਿਸੇ ਨੂੰ ਘਰ ਵਿੱਚ ਨਹੀਂ ਮਿਲ ਰਹੀ, ਔਰ ਖਾਸ ਤੌਰ 'ਤੇ ਜਿਹੜੀਆਂ ਵਰਕਿੰਗ ਲੇਡੀਜ਼ ਹੈ, ਡਾਕਟਰਸ ਹੈਗੀਆਂ, ਪੁਲਿਸ ਦੀਆਂ ਲੇਡੀਜ਼ ਹੈ, ਔਰ ਹੋਰ ਵੀ ਸਫਾਈ ਕਰਮੀ ਹੈਗੇ ਹੈ, ਮੀਡੀਆ ਦੀਆਂ ਇਨਫੈਕਟ, ਤਾਂ ਸਾਰੀ ਹੀ ਲੇਡੀਜ਼ 'ਤੇ ਐਡੀਸ਼ਨਲ ਰਿਸਪੌਂਸਿਬਿਲਿਟੀ ਆਈ ਹੋਈ ਹੈ ਕਿ ਉਹ ਆਪਣਾ ਬਾਹਰ ਦਾ ਕੰਮ ਵੀ ਸਾਰੀਆਂ ਕਰ ਰਹੀਆਂ ਔਰ ਇਸ ਦੇ ਨਾਲ ਨਾਲ ਜਿਹੜਾ ਉਹ ਘਰ ਦੀ ਵੀ ਕੇਅਰ ਕਰ ਰਹੀਆਂ ਹੈਗੀਆਂ। ਬੱਚਿਆਂ ਨੂੰ ਹਾਈਜੀਨ ਦੀਆਂ ਹੈਬਿਟਸ ਸਮਝਾਉਣੀਆਂ, ਉਹਨਾਂ ਨੂੰ ਇੱਕ ਹੈਲਦੀ ਫੂਡ ਪ੍ਰੋਵਾਈਡ ਕਰਨਾ ਤਾਂ ਕਿ ਸਾਰੀ ਫੈਮਿਲੀ ਦੀ ਇਮਿਊਨਿਟੀ ਬਣੀ ਰਹੇ, ਉਹ ਕਿਸੇ ਤਰ੍ਹਾਂ ਦਾ ਕੋਈ ਅਨਹੈਲਦੀ ਫੂਡ ਨਾ ਖਾਣ। ਇਹ ਇੱਕ ਐਡੀਸ਼ਨਲ ਰਿਸਪੌਂਸਿਬਿਲਿਟੀ ਹੈ। ਪਲੱਸ ਜਿਹੜੇ ਸਾਡੇ ਹੈਲਥ ਵਰਕਰਸ ਹੈ, ਉਹ ਆਪਾਂ ਕੰਮ ਕਰ ਰਹੇ ਹਾਂ ਬਾਹਰ, ਘਰ ਤੋਂ ਬਾਹਰ ਜਾ ਕੇ ਜਦੋਂ ਕੰਮ ਕਰਦੇ ਹਾਂ ਤਾਂ ਅਸੀਂ ਘਰ ਵਾਪਸ ਆਉਂਦੇ ਹਾਂ ਤਾਂ ਇੱਕ ਫੇਅਰ ਬਣਿਆ ਰਹਿੰਦਾ ਕਿ ਕਈ ਅਸੀਂ ਬਾਹਰੋਂ ਕੋਈ ਐਸੀ ਇਨਫੈਕਸ਼ਨ ਲਿਆ ਕੇ ਆਪਣੇ ਘਰ ਦੇ ਵਿੱਚ ਤਾਂ ਨਹੀਂ ਇੰਟਰੋਡਿਊਸ ਕਰ ਰਹੇ। ਤਾਂ ਇਸ ਦੇ ਲਈ ਸਪੈਸ਼ਲ ਪ੍ਰੀਕਾਸ਼ਨ ਸਭ ਲੈ ਰਹੇ ਹੈਗੇ ਹੈ ਕਿ ਫੁੱਲ ਕਲੀਨਲੀਨੈਸ ਮੇਨਟੇਨ ਕਰਕੇ ਘਰ ਆ ਕੇ ਵੀ, ਕਿ ਕੋਈ ਵੀ ਤੁਸੀਂ ਬਾਹਰ ਦਾ ਜਿੱਦਾਂ ਯੂ ਚੇਂਜ ਯੋਰ ਕਲੋਥਸ, ਔਰ ਘਰ ਦੇ ਬਾਹਰ ਜਦੋਂ ਵੀ ਨਿਕਲਦੇ ਹੋ ਤਾਂ ਅਸੀਂ ਗਲਵਸ ਪਾ ਰਹੇ ਹਾਂ, ਮਾਸਕ ਪਾ ਰਹੇ ਹਾਂ, ਤਾਂ ਇਸ ਤਰ੍ਹਾਂ ਦੀ ਪ੍ਰੀਕਾਸ਼ਨਸ। ਪਲੱਸ ਬੱਚਿਆਂ ਨੂੰ ਵੀ ਹੈਂਡ ਵਾਸ਼ਿੰਗ ਸਿਖਾਉਣਾ, ਹੈਂਡ ਹਾਈਜੀਨ ਸਿਖਾਉਣਾ ਕਿ ਉਹ ਬਾਰ-ਬਾਰ ਆਪਣਾ ਫੇਸ ਟੱਚ ਨਾ ਕਰਨ, ਇਹ ਸਭ ਕਰਨਾ ਪੈ ਰਿਹਾ। ਤੇ ਮੈਮ ਇਸ ਦੇ ਦੌਰਾਨ ਇੱਕ ਕੁਐਸਚਨ ਇਹ ਵੀ ਬਣਦਾ ਹੈ ਸਾਡਾ ਕਿ ਰੈਗੂਲਰ OPDs ਦੇ ਵਿੱਚ ਪਹਿਲਾਂ ਨਾਲੋਂ ਕਿੰਨਾ ਕੁ ਡਿਫਰੈਂਸ ਆਇਆ ਹੈ ਕੋਵਿਡ-19 ਦੇ ਆਉਣ ਤੋਂ ਬਾਅਦ ਇਸ ਕਰਫਿਊ ਦੇ ਵਿੱਚ? ਹਾਂਜੀ, ਰੈਗੂਲਰ OPD ਦੇ ਵਿੱਚ ਕੁਝ ਤਾਂ ਅਸੀਂ ਵੀ ਆਪਣੇ ਪੇਸ਼ੈਂਟਸ ਨੂੰ ਕਈਆਂ ਨੂੰ ਐਡਵਾਈਸ ਕਰ ਰਹੇ ਹਾਂ ਕਿ ਜਿਹਨੂੰ ਜ਼ਰੂਰਤ ਹੈ, ਇਨ ਦ ਸੈਂਸ ਕਿ ਆਪਾਂ ਮੈਡੀਸਿਨ ਕਈ ਵਾਰ ਥੋੜ੍ਹੀ ਐਡੀਸ਼ਨਲ ਮੈਡੀਸਿਨ ਦੇ ਰਹੇ ਹਾਂ, ਔਰ ਜਿੱਦਾਂ ਟੈਲੀਮੈਡੀਸਿਨ ਅਸੀਂ ਫੋਲੋ ਕਰ ਰਹੇ ਹਾਂ ਕਿ ਜੇ ਕੋਈ ਪ੍ਰੋਬਲਮ ਐਸੀ ਹੈ ਜਿਹਨੂੰ ਕਿ ਚੈੱਕਅਪ ਦੀ ਜ਼ਰੂਰਤ ਨਹੀਂ ਔਰ ਮੈਡੀਸਿਨ ਦੇ ਨਾਲ ਫੋਨ 'ਤੇ ਦੱਸ ਕੇ ਹੋ ਰਹੀ ਹੈ ਤਾਂ ਉਹ ਵੀ ਅਸੀਂ ਕਰ ਰਹੇ ਹਾਂ। ਵਰਨਾ ਪੇਸ਼ੈਂਟਸ ਨੂੰ ਅਪਾਇੰਟਮੈਂਟ ਲੈ ਕੇ ਆਉਣ ਤਾਂ OPD ਦੇ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਫੋਲੋ ਹੋ ਰਿਹਾ। ਅੱਜ ਕੱਲ੍ਹ ਕਈ ਪੇਸ਼ੈਂਟਸ ਨੂੰ ਈਵਨ ਜਿੱਦਾਂ ਜਿਹਨਾਂ ਦੀ ਡਿਲੀਵਰੀ ਹੋਣ ਵਾਲੀ ਹੈ ਜਾਂ ਵੈਸੇ ਵੀ ਜਿੱਦਾਂ ਮਨ ਦੇ ਵਿੱਚ ਇੱਕ ਫੇਅਰ ਆ ਗਿਆ ਹੈ ਹੌਸਪੀਟਲ ਦਾ, ਲੇਕਿਨ ਮੈਂ ਅਸ਼ੋਰ ਕਰਨਾ ਚਾਹੁੰਦੀ ਹਾਂ ਕਿ ਹੌਸਪੀਟਲਸ ਦੇ ਵਿੱਚ ਅਸੀਂ ਟੋਟਲ ਕਲੀਨਲੀਨੈਸ, ਜਿੱਦਾਂ ਕਿ ਜੋ ਵੀ ਕੈਮੀਕਲਸ ਦੀ ਕਲੀਨਿੰਗ ਹੈ, ਹਾਈਪੋਕਲੋਰਾਈਡ ਸੋਲਿਊਸ਼ਨ ਹੈ, 70% ਅਲਕੋਹਲ ਹੈ, ਇਹਨਾਂ ਦੇ ਨਾਲ ਰੈਗੂਲਰ ਕਲੀਨਿੰਗ ਹੌਸਪੀਟਲਸ ਦੀ, ਫਲੋਰ ਦੀ, ਸਰਫੇਸਿਸ ਦੀ, ਈਵਨ ਕਿ ਜਿੱਦਾਂ ਡੋਰਸ ਦੀ ਰੈਗੂਲਰ ਕਲੀਨਿੰਗ, ਕਿ ਡੋਰ ਓਪਨ ਰੱਖਿਆ ਜਾ ਰਿਹਾ ਹੈ ਕਿ ਬਾਰ-ਬਾਰ ਕੰਟੈਮੀਨੇਸ਼ਨ ਨਾ ਹੋਵੇ। ਤਾਂ ਇਹ ਸਾਰੀਆਂ ਪ੍ਰੀਕਾਸ਼ਨਸ, OTs ਦੀ ਕਲੀਨਿੰਗ ਤਾਂ ਵੈਸੇ ਵੀ ਰੈਗੂਲਰ ਹੁੰਦੀ ਹੈ, ਲੇਕਿਨ ਅੱਜ ਕੱਲ੍ਹ ਸਾਰੀਆਂ ਐਡੀਸ਼ਨਲ ਪ੍ਰੀਕਾਸ਼ਨਸ ਲਿੱਤੀਆਂ ਜਾ ਰਹੀਆਂ ਕਿ ਕਿਸੇ ਵੀ ਤਰੀਕੇ ਜੋ ਵੈਸੇ ਤਾਂ ਇਨਫੈਕਟਡ ਪੇਸ਼ੈਂਟ, ਕੋਈ ਰੱਬ ਕਰੇ ਕਿਸੇ ਨੂੰ ਇਨਫੈਕਸ਼ਨ ਹੋਵੇ ਹੀ ਨਾ, ਲੇਕਿਨ ਜੇ ਕੁਛ ਹੈ ਵੀ ਤਾਂ ਕਿ ਕਿਸੇ ਹੌਸਪੀਟਲ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਨਾ ਫੈਲੇ। ਔਰ ਦੂਸਰੀ ਚੀਜ਼ ਹੈ ਕਿ ਜੋ ਫੇਅਰ ਈਵਨ ਪੇਸ਼ੈਂਟਸ ਨੂੰ ਇੱਕ ਪ੍ਰੈਗਨੈਂਸੀ ਦੇ ਵਿੱਚ ਹੈ ਕਿ ਜੇ ਕਈ ਪੇਸ਼ੈਂਟ ਸਾਡੇ ਦੂਰੋਂ ਮੰਨ ਲਓ ਆਊਟ ਆਫ ਸਿਟੀ ਦੇ ਨਹੀਂ ਵੀ ਆ ਪਾ ਰਹੇ ਤਾਂ ਉਹ ਹੈਲਦੀ ਡਾਈਟ ਲੈਣ ਔਰ ਆਪਣੇ ਜਿੱਦਾਂ ਆਇਰਨ, ਕੈਲਸ਼ੀਅਮ, ਵਿਟਾਮਿਨ ਦੀਆਂ ਟੈਬਲੇਟਸ ਅਸੀਂ ਦੇਈ ਦੀਆਂ, ਔਰ ਕੋਈ ਅਲਾਰਮ ਸਿੰਪਟਮ ਨਾ ਹੋਵੇ ਪੇਸ਼ੈਂਟ ਦੇ ਵਿੱਚ ਕਿ ਕੋਈ ਬਲੀਡਿੰਗ ਹੈ ਜਾਂ ਤੇਜ਼ ਦਰਦ ਹੈ, ਇਸ ਤਰ੍ਹਾਂ ਦਾ ਕੋਈ ਸਿੰਪਟਮ ਹੈ ਤਾਂ ਪੇਸ਼ੈਂਟਸ ਨੂੰ ਸਾਡੇ ਕੋਲ ਆਉਣ ਦੀ ਜ਼ਰੂਰਤ ਹੈ। ਵਰਨਾ ਜੇ ਉਹ ਲੋਕਡਾਊਨ ਕਰਕੇ ਨਹੀਂ ਵੀ ਆ ਪਾ ਰਹੇ ਸੀ ਤਾਂ ਉਹ ਆਪਣੀ ਰੈਗੂਲਰ ਮੈਡੀਸਿਨ ਘਰੇ ਰਹਿ ਕੇ ਖਾ ਸਕਦੇ ਆ। ਅਤੇ ਜਿਹੜੇ ਡਿਲੀਵਰੀ ਲਈ ਆ ਰਹੇ ਹੈ, ਆਪਾਂ ਉਹਨਾਂ ਨੂੰ ਇਹ ਪ੍ਰੀਕਾਸ਼ਨ ਦੇ ਰਹੇ ਹਾਂ ਕਿ ਜੋ ਅਟੈਂਡੈਂਟਸ ਹੈਗੇ ਆ, ਕਿ ਜੋ ਐਡਮਿਟਡ ਪੇਸ਼ੈਂਟ ਦੇ ਅਟੈਂਡੈਂਟ ਬਹੁਤ ਜ਼ਿਆਦਾ ਨਾ ਆਉਣ, ਕਿ ਸਿਰਫ 1 ਜਾਂ 2 ਰਿਕੁਆਇਰਡ ਹੈ ਜੋ ਅਟੈਂਡੈਂਟ ਆਉਣ, ਉਹ ਵੀ ਮਾਸਕ ਦੀ ਯੂਜ਼ੇਜ ਕਰਨ ਔਰ ਸੋਸ਼ਲ ਡਿਸਟੈਂਸਿੰਗ ਫੋਲੋ ਕਰਨ, ਤਾਂ ਕੋਈ ਸੇਫਟੀ ਦੇ ਨਾਲ ਹੀ ਸਾਰਾ ਕੁਝ ਹੋ ਸਕਦਾ ਹੈ, ਕੋਈ ਐਸੀ ਟੈਨਸ਼ਨ ਦੀ ਗੱਲ ਨਹੀਂ ਹੈ। ਇਸ ਮੌਕੇ 'ਤੇ ਸਾਡੇ ਨਾਲ ਇਸ ਵੇਲੇ ਗੈਸਟਰੋ ਸਪੈਸ਼ਲਿਸਟ ਡਾਕਟਰ ਮੋਹਿਤ ਨੰਦਾ ਜੀ ਵੀ ਮੌਜੂਦ ਨੇ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਸਰ ਪੈਂਡੇਮਿਕ ਦੇ ਦੌਰਾਨ ਗੈਸਟਰੋ ਦੇ ਵਿੱਚ ਕਿੰਨਾ ਕੁ ਚੇਂਜ ਆਇਆ ਹੈ। ਹੌਸਪੀਟਲ ਪ੍ਰਾਈਵੇਟ ਸੈਕਟਰ ਦੇ ਵਿੱਚ ਲੋਕ ਜਿਹੜੇ ਮਰੀਜ਼ ਆਉਂਦੇ ਸੀ ਪਹਿਲਾਂ ਨਾਲੋਂ ਹੁਣ ਤੱਕ ਕਿੰਨਾ ਕੁ ਫਰਕ ਪਿਆ ਇਸ ਚੀਜ਼ ਦਾ? ਮਰੀਜ਼ ਵਧੇ ਨੇ ਕਿ ਘਟੇ ਨੇ?
ਨਮਸਕਾਰ ਜੀ। ਗੈਸਟ੍ਰੋ ਪ੍ਰੋਬਲਮਸ ਕਾਫੀ ਵੱਧ ਗਈਆਂ ਹੈ ਇਸ ਪੈਂਡੈਮਿਕ ਦੇ ਦੌਰਾਨ, ਕਿਉਂਕਿ ਇਹ ਬਟ ਐਕਸਪੈਕਟਡ ਹੀ ਹੁੰਦਾ ਹੈ ਕਿ ਜਦੋਂ ਵੀ ਕੋਈ ਸਾਡੇ ਮਾਈਂਡ 'ਤੇ ਸਟ੍ਰੈਸ ਹੁੰਦਾ ਹੈ, ਜਿੱਦਾਂ ਲੋਕੀ ਅੱਜ ਕੱਲ੍ਹ ਕਾਫੀ ਟੈਨਸ਼ਨ 'ਚ ਹੀ ਰਹਿੰਦੇ ਹਨ ਕਿ ਕੋਵਿਡ ਕਰਕੇ ਕੀ ਚੱਲ ਰਿਹਾ ਹੈ, ਕਿੰਨੀ ਦੇਰ ਚੱਲੇਗਾ, ਔਰ ਫਾਈਨੈਂਸ਼ੀਅਲ ਪ੍ਰੋਬਲਮ ਸਾਰਿਆਂ ਨੂੰ ਹੋ ਰਹੀਆਂ। ਅਤੇ ਇਸ ਚੀਜ਼ ਦੇਖਿਆ ਜਾਂਦਾ ਹੈ ਕਿ ਪੇਟ ਦੀ ਪ੍ਰੋਬਲਮ ਜਿੱਦਾਂ ਗੈਸ, ਐਸਿਡਿਟੀ, ਪੇਟ ਦਰਦ ਹੋਣਾ, ਭੁੱਖ ਨਹੀਂ ਲੱਗਣੀ, ਜਾਂ ਟੋਇਲਟ ਦੀ ਗੜਬੜ ਹੋ ਜਾਣੀ, ਕੌਨਸਟੀਪੇਸ਼ਨ ਹੋ ਜਾਣੀ, ਜਾਂ ਡਾਇਰੀਆ ਹੋ ਜਾਣਾ, ਇੱਦਾਂ ਦੇ ਕਾਫੀ ਪ੍ਰੋਬਲਮ ਸਾਡੇ ਪੇਸ਼ੈਂਟ ਫੇਸ ਕਰਨੇ। ਤੇ ਸਰ ਇਸ ਲੋਕਡਾਊਨ ਦੌਰਾਨ, ਕਰਫਿਊ ਦੌਰਾਨ ਇੱਕ ਚੀਜ਼ ਸਾਹਮਣੇ ਆਈ ਹੈ ਕਿ ਲੋਕ ਜੰਕ ਫੂਡ ਘੱਟ ਖਾ ਰਹੇ ਨੇ, ਬਾਹਰ ਦਾ ਖਾਣਾ ਹੁਣ ਬਿਲਕੁਲ ਨਹੀਂ ਮਿਲ ਰਿਹਾ ਉਹਨਾਂ ਨੂੰ ਖਾਣਾ, ਤੇ ਉਸ ਦੇ ਨਾਲ ਕਿੰਨਾ ਕੁ ਇਜ਼ਾਫਾ ਹੋਇਆ ਹੈ ਜਾਂ ਕਿੰਨਾ ਕੁ ਘਾਟਾ ਹੋਇਆ ਹੈ ਲੋਕਾਂ ਦੀ ਸਿਹਤ ਦੇ ਵਿੱਚ, ਖਾਸ ਤੌਰ 'ਤੇ ਪੇਟ ਰਿਲੇਟਡ ਪ੍ਰੋਬਲਮਸ ਨੂੰ? ਇਹ ਤੁਸੀਂ ਬੜਾ ਹੀ ਵੈਲਿਡ ਪੁਆਇੰਟ ਚੱਕਿਆ ਹੈ। ਇਹਦਾ ਇੱਕ ਇਨਡਾਇਰੈਕਟ ਫਾਇਦਾ ਅਸੀਂ ਦੇਖ ਰਹੇ ਹਾਂ ਕਿ ਪਹਿਲਾਂ ਇਸ ਮੌਸਮ 'ਚ ਸਾਡੇ ਕੋਲ ਜੌਂਡਿਸ ਦੇ ਪੇਸ਼ੈਂਟ ਕਾਫੀ ਆ ਜਾਂਦੇ ਸਨ। ਹੁਣ ਜਿੱਦਾਂ ਬਾਹਰੋਂ ਖਾਣਾ ਪੀਣਾ ਬੰਦ ਹੋ ਗਿਆ ਹੈ, ਲੋਕੀ ਸੈਨੀਟਰੀ ਹੈਬਿਟਸ ਨੂੰ ਬੜੀ ਅੱਛੀ ਤਰ੍ਹਾਂ ਫੋਲੋ ਕਰ ਰਹੇ ਹਨ, ਗਵਰਨਮੈਂਟ ਦੀ ਗਾਈਡਲਾਈਨਸ ਨੂੰ ਲੋਕੀ ਫੋਲੋ ਕਰਦੇ ਹਨ। ਇਸ ਕਰਕੇ ਕੁਝ ਬਿਮਾਰੀਆਂ 'ਚ ਹੀ ਗਿਰਾਵਟ ਦੇਖੀ ਗਈ ਹੈ, ਜੋ ਜੌਂਡਿਸ ਹੋ ਗਿਆ, ਪੇਟ ਖਰਾਬ ਹੋਣਾ, ਇਹ ਪੇਸ਼ੈਂਟ ਸਾਡੇ ਘੱਟ ਗਏ ਹਨ। ਸੋ ਇੱਕ ਇਹ ਫਾਇਦਾ ਤਾਂ ਹੋ ਰਿਹਾ ਹੈ। ਸਰ, ਤੇ ਜਿਹੜੇ ਲੋਕਾਂ ਨੂੰ ਘਰ ਬੈਠ ਕੇ ਹੁਣ ਪੇਟ ਦੀਆਂ ਪ੍ਰੋਬਲਮਸ ਵੱਧ ਰਹੀਆਂ ਨੇ, ਉਸ ਦੇ ਪਿੱਛੇ ਰੀਜ਼ਨ ਕੀ ਹੈ? ਰੀਜ਼ਨ ਜਿੱਦਾਂ ਮੈਂ ਪਹਿਲਾਂ ਵੀ ਕਹਿ ਰਿਹਾ ਸੀ ਕਿ ਜਦੋਂ ਵੀ ਮਾਈਂਡ 'ਤੇ ਸਟ੍ਰੈਸ ਹੁੰਦਾ ਹੈ, ਇੱਕ ਬੋਡੀ ਦਾ ਨੈਚੁਰਲ ਰਿਐਕਸ਼ਨ ਹੀ ਹੁੰਦਾ ਕਿ ਪੇਟ 'ਚ ਹਾਰਮੋਨਸ ਵੱਧਦੇ ਹਨ, ਉਹਦੇ ਕਰਕੇ ਐਸਿਡਿਟੀ ਵੱਧ ਜਾਂਦੀ ਹੈ। ਤਾਂ ਕਈਆਂ ਨੂੰ ਐਸਿਡ ਬਣਦਾ ਹੈ, ਕਈਆਂ ਨੂੰ ਛਾਤੀ 'ਚ ਜਲਨ ਹੁੰਦੀ ਹੈ, ਕਈਆਂ ਦਾ ਪੇਟ ਭਾਰੀ ਦਾ ਫੀਲਿੰਗ ਰਹਿੰਦੀ ਹੈ, ਭੁੱਖ ਮਾਰੀ ਜਾਂਦੀ ਹੈ। ਇਹ ਕਈ ਪ੍ਰੋਬਲਮਸ ਅਸੀਂ ਅੱਜ ਕੱਲ੍ਹ ਦੇ ਟਾਈਮ 'ਚ ਜ਼ਿਆਦਾ ਦੇਖ ਰਹੇ ਹਾਂ, ਜਿਹਦੇ ਕਰਕੇ ਪੇਸ਼ੈਂਟ ਸਾਡੇ ਥੋੜ੍ਹੇ ਘਬਰਾ ਜਾਂਦੇ ਹਨ, ਸਾਨੂੰ ਫੋਨ 'ਤੇ ਪੁੱਛਦੇ ਹਨ, ਆਪਣੀ ਦਵਾਈਆਂ ਬਾਰੇ ਪੁੱਛਦੇ ਰਹਿੰਦੇ ਹਨ। ਤੇ ਸਰ, ਦੇਖਣ ਨੂੰ ਮਿਲਿਆ ਹੈ ਇੰਡੀਆ ਦੇ ਵਿੱਚ ਸਪੈਸ਼ਲੀ ਕਿ ਕੁਝ ਜਿਹੜੇ ਕਰੋਨਾ ਪੋਜ਼ਿਟਿਵ ਲੋਕ ਨੇ, ਉਹਨਾਂ ਪੇਸ਼ੈਂਟਸ ਦੇ ਵਿੱਚ ਵੈਸੇ ਇਹ ਬਿਮਾਰੀ ਏਸਿਮਟੋਮੈਟਿਕ ਹੈ, ਪਰ ਕਈ ਲੋਕਾਂ ਨੂੰ ਡਾਇਰੀਐਟਿਕ ਪ੍ਰੋਬਲਮਸ ਵੀ ਆ ਰਹੀਆਂ ਇਸ ਦੇ ਹੋਣ ਦੇ ਨਾਲ। ਤੇ ਕਿੰਨਾ ਕੁ ਵਾਜਿਬ ਹੈ ਕਿ ਇੱਕ ਕਰੋਨਾ ਪੋਜ਼ਿਟਿਵ ਨੂੰ ਗੈਸਟ੍ਰੋ ਪ੍ਰੋਬਲਮਸ ਹੋ ਸਕਦੀਆਂ ਨੇ ਸਿੰਪਟਮਸ ਦੇ ਤੌਰ 'ਤੇ? ਇਹ ਤੁਸੀਂ ਬੜਾ ਹੀ ਸਾਇੰਟੀਫਿਕ ਪੁਆਇੰਟ ਫਿਰ ਪੁੱਛਿਆ ਹੈ। ਕਈ ਸਟੱਡੀਜ਼ ਵਰਲਡ 'ਚ ਹੀ ਹੋ ਰਹੀਆਂ ਹਨ ਜਿਸ 'ਚ ਇਹ ਦੱਸਿਆ ਗਿਆ ਹੈ ਕਿ ਕਈ ਸਾਡੇ ਪੇਸ਼ੈਂਟਸ ਜਿਨ੍ਹਾਂ ਨੂੰ ਬੁਖਾਰ ਖਾਂਸੀ ਨਹੀਂ ਹੈ, ਲੇਕਿਨ ਉਹ ਜਿਹੜੇ ਕਰੋਨਾ ਪੋਜ਼ਿਟਿਵ ਨਿਕਲਦੇ ਹਨ, ਉਹਨਾਂ 'ਚ ਪ੍ਰੈਜ਼ੈਂਟਿੰਗ ਸਿੰਪਟਮ ਐਕਚੁਅਲੀ ਪੇਟ ਦਾ ਵੀ ਹੋ ਸਕਦਾ ਹੈ। ਯਾਨੀ ਕਿ ਜਿੱਦਾਂ ਮੈਂ ਕਹਿ ਰਿਹਾ ਸੀ ਕਿ ਪੇਟ ਦਰਦ ਜਾਂ ਪੇਟ ਖਰਾਬ ਹੋਣਾ ਕੁਡ ਬੀ ਅ ਪ੍ਰੈਜ਼ੈਂਟਿੰਗ ਸਿੰਪਟਮਸ। ਸੋ ਇਹੀ ਨਹੀਂ ਕਿ ਕਰੋਨਾ ਪੇਸ਼ੈਂਟ 'ਚ ਪੇਟ ਇਨਵੋਲਵ ਨਹੀਂ ਹੁੰਦਾ। ਕਈ ਸਟੱਡੀਜ਼ ਵਰਲਡ 'ਚ ਹੀ ਦੱਸ ਰਹੀਆਂ ਹਨ ਕਿ ਕਈ ਪੇਸ਼ੈਂਟ ਸਾਨੂੰ ਸਿਰਫ ਗੈਸਟ੍ਰੋ ਪ੍ਰੋਬਲਮਸ ਨਾਲ ਹੀ ਪ੍ਰੈਜ਼ੈਂਟ ਕਰ ਲੈਂਦੇ ਹਨ। ਇਸ ਲਈ ਜਦੋਂ ਵੀ ਕੋਈ ਪੇਸ਼ੈਂਟ ਦੀ ਪੇਟ ਦੀ ਪ੍ਰੋਬਲਮ ਠੀਕ ਨਹੀਂ ਹੋ ਰਹੀ ਹੈ ਤਾਂ ਸਾਨੂੰ ਇੱਕ ਕਰੋਨਾ ਦਾ ਆਈਡੀਆ ਵੀ ਮਨ 'ਚ ਰੱਖਣਾ ਚਾਹੀਦਾ ਹੈ, ਤਾਂ ਪੇਸ਼ੈਂਟ ਦੇ ਟੈਸਟ ਬਾਰੇ ਸੋਚਣਾ ਚਾਹੀਦਾ ਹੈ। ਤੇ ਸਰ, ਇਸ ਦੇ ਪ੍ਰੀਕਾਸ਼ਨਸ ਲਈ ਜਾਂ ਇਸ ਦੀ ਪ੍ਰੀਵੈਂਸ਼ਨ ਦੇ ਲਈ ਕੀ ਸਟੈਪਸ ਜਾਂ ਕੀ ਮੇਜਰਸ ਲੈਣੇ ਚਾਹੀਦੇ ਨੇ? ਪੇਟ ਦੀ ਪ੍ਰੋਬਲਮ ਜਿੱਦਾਂ ਮੈਂ ਦੱਸ ਰਿਹਾ ਕਾਫੀ ਜ਼ਿਆਦਾ ਕਾਮਨ ਵੱਧ ਗਈਆਂ ਹਨ। ਸੋ ਮੈਂ ਹਰ ਆਪਣੇ ਸੁਣਨ ਵਾਲੇ ਦਰਸ਼ਕ ਨੂੰ ਕਹੂੰਗਾ ਕਿ ਪਹਿਲੀ ਗੱਲ ਤਾਂ ਘਬਰਾਉਣਾ ਨਹੀਂ ਚਾਹੀਦਾ ਕਰੋਨਾ ਤੋਂ। ਕਰੋਨਾ ਇੱਕ ਪ੍ਰੋਬਲਮ ਹੈ, ਅਸੀਂ ਸਾਰੇ ਫੇਸ ਕਰ ਰਹੇ ਹਾਂ। ਸਭ ਲੋਕ ਇਕੱਠੇ ਹੋ ਕੇ ਪੋਜ਼ਿਟਿਵ ਰਹੀਏ, ਇਸ ਪ੍ਰੋਬਲਮ ਨੂੰ ਡੀਲ ਕਰਨਾ ਸਿੱਖੀਏ, ਆਪਣੀ ਪੂਰੀ ਤਿਆਰੀ ਰੱਖੀਏ। ਇਸ 'ਚ ਮੈਂ ਕਹਿਣਾ ਚਾਹੂੰਗਾ ਕਿ ਜੇ ਤੁਹਾਨੂੰ ਪੇਟ ਦੀ ਪ੍ਰੋਬਲਮ ਵੱਧਦੀ ਹੈ ਤਾਂ ਆਪਣੇ ਡਾਕਟਰ ਨਾਲ ਜ਼ਰੂਰ ਕੰਸਲਟ ਕਰੋ। ਡਾਕਟਰਸ ਆਰ ਆਲਵੇਜ਼ ਰੈਡੀ ਟੂ ਹੈਲਪ ਯੂ। ਫੋਨ 'ਤੇ ਜੇ ਦਿੱਕਤ ਜ਼ਿਆਦਾ ਆਉਂਦੀ ਹੈ ਤਾਂ ਹਸਪੀਟਲ ਆ ਕੇ ਵੀ ਅਸੀਂ ਆਪਣੀ ਪੇਸ਼ੈਂਟਸ ਦੀ ਹੈਲਪ ਕਰਦੇ ਪਏ ਹਾਂ। ਸੋ ਹੁਣ ਗੱਲਬਾਤ ਕਰਦੇ ਹਾਂ ਦੁਬਾਰਾ ਡਾਕਟਰ ਸ਼ਵੇਤਾ ਨੰਦਾ ਜੀ ਦੇ ਨਾਲ ਕਿ ਮੈਮ, ਬੀਇੰਗ ਅ ਮਦਰ, ਕਿੰਨਾ ਕੁ ਇਫੈਕਟ ਕੀਤਾ ਹੈ ਇਸ ਪੈਂਡੈਮਿਕ ਨੇ ਇੱਕ ਮਦਰ ਨੂੰ, ਭਾਵੇਂ ਉਹ ਇੱਕ ਹਾਊਸਵਾਈਫ ਹੈ, ਭਾਵੇਂ ਉਹ ਇੱਕ ਪ੍ਰੋਫੈਸ਼ਨਲ ਮਦਰ ਹੈ? ਹਾਂਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਆਪਣੀ ਇਹ ਗੱਲ ਹੋ ਰਹੀ ਸੀ ਇਸ ਬਾਰੇ ਕਿ ਮਦਰਸ 'ਤੇ ਇੱਕ ਉਹਨਾਂ ਦਾ ਕੰਮ ਡਬਲ ਤੋਂ ਵੀ ਟ੍ਰਿਪਲ ਹੋ ਗਿਆ ਕਿ ਉਹ ਸਾਰਾ ਘਰ ਦੀ ਲੁੱਕ ਆਫਟਰ ਵੀ ਕਰ ਰਹੀਆਂ, ਆਪਣੀ ਹੈਲਥ ਦੀ ਲੁੱਕ ਆਫਟਰ ਕਰ ਰਹੀਆਂ, ਕਿਉਂਕਿ ਜੇ ਮਦਰ ਹੈਲਦੀ ਹੋਏਗੀ ਤਾਂ ਹੀ ਉਹ ਆਪਣੇ ਬੱਚਿਆਂ ਨੂੰ ਹੈਲਦੀ ਰੱਖੇਗੀ ਔਰ ਉਹਨਾਂ ਦੀ ਪ੍ਰੋਪਰ ਲੁੱਕ ਆਫਟਰ ਕਰੇਗੀ। ਤਾਂ ਇਸ ਤਰ੍ਹਾਂ ਕਾਫੀ ਲੇਡੀਜ਼ ਇਹ ਫੀਲ ਕਰ ਰਹੀਆਂ ਔਰ ਉਹਨਾਂ 'ਤੇ ਐਡੀਸ਼ਨਲ ਹੈਗਾ, ਬਟ ਉਹ ਪੂਰੀ ਆਪਣੀ ਕਹਿ ਲਓ ਕਿ ਬੈਸਟ ਐਫਰਟ ਦੇ ਨਾਲ ਇਸ ਦਾ ਸਾਹਮਣਾ ਕਰ ਰਹੀਆਂ ਔਰ ਉਹ ਆਪਣਾ ਵੀ ਧਿਆਨ ਰੱਖ ਰਹੀਆਂ ਔਰ ਆਪਣੀ ਫੈਮਿਲੀ ਨੂੰ ਵੀ ਨਾਲ ਲੈ ਕੇ ਤੁਰ ਰਹੀਆਂ, ਬਹੁਤ ਅੱਛੀ ਕੇਅਰ ਕਰ ਰਹੀਆਂ। ਮੈਮ, ਜਿਹੜੀਆਂ ਪ੍ਰੋਫੈਸ਼ਨਲ ਮਦਰਸ ਨੇ ਜਿਨ੍ਹਾਂ ਨੂੰ ਇਸ ਲੋਕਡਾਊਨ ਦੇ ਵਿੱਚ ਵੀ ਕੰਮ ਕਰਨਾ ਪੈ ਰਿਹਾ ਹੈ, ਉਹਨਾਂ ਲਈ ਇਨ ਕੇਸ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਵਰਕਿੰਗ ਦੇ ਲਈ ਜਾਂ ਕੁਝ, ਇੱਕ ਮਦਰਸ ਲਵ ਹੁੰਦਾ ਹੈ ਜਿਹਦੇ ਕਰਕੇ ਕਿ ਡਿਸਟੈਂਸ ਫਿਰ ਵੀ ਕੋਵਿਡ-19 ਕਾਰਨ ਇੱਕ ਬਹੁਤ ਜ਼ਿਆਦਾ ਰਿਸਕ ਹੁੰਦਾ ਹੈ ਕਿ ਅਸੀਂ ਕਿਤੇ ਕੈਰੀਅਰ ਨਾ ਬਣ ਜਾਏ ਇਸ ਚੀਜ਼ ਦਾ। ਸੋ ਉਸ ਦੇ ਵਿੱਚ ਕਿੰਨਾ ਕੁ ਚੇਂਜ ਆਇਆ ਜਾਂ ਉਸ ਨੇ ਕਿੰਨਾ ਕੁ ਉਹ ਮਦਰਸ ਲਵ ਨੂੰ ਇਫੈਕਟ ਕੀਤਾ? ਹਾਂਜੀ, ਇਹ ਬਹੁਤ ਹੀ ਅੱਜ ਕੱਲ੍ਹ ਇਸ ਤਰ੍ਹਾਂ ਦੀ ਡਿਸਟੈਂਸਿੰਗ ਈਵਨ ਜੋ ਲੇਡੀਜ਼ ਫਰੰਟ 'ਤੇ ਕੰਮ ਕਰ ਰਹੀਆਂ, ਜੋ ਕਰੋਨਾ ਵਾਰੀਅਰਸ ਹੈਗੀਆਂ, ਬਹੁਤ ਸਾਰੀਆਂ ਐਸੀਆਂ ਜੋ ਕਿ ਆਪਣੇ ਬੱਚਿਆਂ ਨੂੰ ਕਲੋਜ਼ ਡਿਸਟੈਂਸ ਤੋਂ ਨਹੀਂ ਮਿਲ ਰਹੀਆਂ, ਤਾਂ ਕਿ ਇਸ ਡਰ ਨਾਲ ਕਿ ਸਾਡੇ ਬੱਚਿਆਂ ਨੂੰ ਕੋਈ ਇਨਫੈਕਸ਼ਨ ਨਾ ਜਾਵੇ। ਚਾਹੇ ਉਹ ਵਰਕ ਪਲੇਸ 'ਤੇ ਆਪਾਂ PPE ਕਿੱਟ ਪਾ ਰਹੇ ਹਾਂ, ਗਲਵਸ ਪਾ ਰਹੇ ਹਾਂ, ਫੇਸ ਸ਼ੀਲਡ,
ਐਂਡ ਫੇਸ ਮਾਸਕ। ਇਹਨਾਂ ਚਾਰਾਂ ਚੀਜ਼ਾਂ ਦਾ ਜਿੱਦਾਂ ਮੰਨ ਲਓ ਅਸੀਂ ਹਸਪੀਟਲ EMPLOYEES ਵੀ ਹਾਂ ਔਰ ਬਾਕੀ ਵੀ ਮੈਂ ਦੇਖਿਆ ਹੈ ਕਿ ਕਾਫੀ ਫੀਲਡਸ ਦੇ ਵਿੱਚ ਸਭ ਇਹ ਯੂਜ਼ ਕਰ ਰਹੇ ਹੈ। ਲੇਕਿਨ ਫਿਰ ਵੀ ਇੱਕ ਐਡੀਸ਼ਨਲ ਡਬਲ ਪ੍ਰੀਕਾਸ਼ਨ ਕਿ ਇਹ ਸਾਰਾ ਪ੍ਰੋਪਰ ਤਰੀਕੇ ਨਾਲ ਗਲਵਜ਼ ਐਂਡ PPE ਪਾਏ ਜਾਣ, ਉਤਾਰੇ ਜਾਣ ਤਾਂ ਕਿ ਕੋਈ ਇਨਫੈਕਸ਼ਨ ਨਾ ਹੋਵੇ। ਘਰ ਜਾ ਕੇ ਫਿਰ ਤੁਸੀਂ ਹੈਂਡ ਵਾਸ਼ ਕਰਕੇ ਔਰ ਸਾਰਾ ਆਪਣਾ ਜਿਹੜੇ ਵੀ ਹੈਗੇ ਕਿ ਬਾਹਰ ਦੇ ਸ਼ੂਜ਼ ਵੀ ਕਾਫੀ ਲੋਕ ਅਸੀਂ ਬਾਹਰ ਹੀ ਉਤਾਰ ਕੇ ਔਰ ਬੱਚਿਆਂ ਨੂੰ ਕਿ ਦੂਸਰੇ ਰੂਮ ਤੋਂ ਹੀ ਜਾਂ ਦੂਰੋਂ ਹੀ ਕਿ ਮਿਲ ਲਿਆ, ਪਿਆਰ ਦੀ ਉਹਨਾਂ ਨਾਲ ਗੱਲ ਕਰ ਲਈ ਕਿ ਉਹਨਾਂ ਨੂੰ ਇਨਕਰੇਜਮੈਂਟ ਮਿਲ ਜਾਏ। ਔਰ ਈਵਨ ਜਿਹੜੇ ਘਰ ਦੇ ਬਜ਼ੁਰਗ ਹੈਗੇ ਆ, ਬੱਚਿਆਂ ਦੀ ਕੇਅਰ ਤੋਂ ਇਲਾਵਾ ਬਜ਼ੁਰਗਾਂ ਦੀ ਕੇਅਰ ਦੀ ਜ਼ਿੰਮੇਵਾਰੀ ਵੀ ਲੇਡੀਜ਼ 'ਤੇ ਹੀ ਹੁੰਦੀ ਹੈ ਆਮ ਤੌਰ 'ਤੇ। ਤਾਂ ਇਸ ਕਰਕੇ ਬਜ਼ੁਰਗਾਂ ਨਾਲ ਵੀ ਉਹਨਾਂ ਦਾ ਪੂਰਾ ਧਿਆਨ ਵੀ ਰੱਖਿਆ ਜਾਵੇ, ਲੇਕਿਨ ਉਹਨਾਂ ਤੋਂ ਇੰਨਾ ਕਲੋਜ਼ ਜਿੱਦਾਂ ਕਿ 1 ਫੀਟ ਦਾ ਡਿਸਟੈਂਸ ਜੋ ਅਸੀਂ ਕਹਿ ਰਹੇ ਹਾਂ ਉਹ ਮੇਨਟੇਨ ਕਰਕੇ ਘਰ ਦੇ ਬਜ਼ੁਰਗਾਂ ਤੋਂ, ਖਾਸ ਤੌਰ 'ਤੇ ਜੇ ਕੋਈ ਡਾਇਬੀਟਿਕ ਹੈ, ਕੋਈ ਹਾਰਟ ਪ੍ਰੋਬਲਮ ਹੈ ਤਾਂ ਉਹਨਾਂ ਤੋਂ ਵੀ ਇੱਕ ਸੇਫ ਡਿਸਟੈਂਸ ਰੱਖ ਕੇ। ਇਸ ਕਰਕੇ ਇਮੋਸ਼ਨਲੀ ਨੈਚੁਰਲੀ ਲੇਡੀਜ਼ 'ਤੇ ਬਹੁਤ ਜ਼ਿਆਦਾ ਇਫੈਕਟ ਹੋ ਰਿਹਾ ਹੈ। ਬੱਚੇ ਵੀ ਦਿਲ ਤੋਂ ਡਰੇ ਹੋਏ ਹੈ ਲੇਕਿਨ ਲੇਡੀਜ਼ ਵੀ, ਪਰ ਫਿਰ ਵੀ ਇਹ ਹੈ ਮੈਂ ਇਸ ਚੀਜ਼ ਨੂੰ ਸੈਲਿਊਟ ਕਰਦੀ ਹਾਂ ਕਿ ਸਾਡੇ ਇੰਡੀਆ ਦੀ ਲੇਡੀਜ਼ ਵੀ ਔਰ ਇਨਫੈਕਟ ਵਰਲਡ ਓਵਰ ਹੀ ਜੋ ਸਾਡੇ ਕਰੋਨਾ ਵਾਰੀਅਰਸ ਹੈਗੇ ਆ ਉਹ ਆਪਣਾ ਧਿਆਨ ਰੱਖ ਰਹੇ ਆ ਔਰ ਪੂਰਾ ਆਪਣਾ ਦਿਲ ਪੱਕਾ ਕਰਕੇ, ਤਾਂ ਕਿ ਕਿਸੇ ਨੂੰ ਉਹਨਾਂ ਦੀ ਟੈਨਸ਼ਨ ਦਾ ਮਹਿਸੂਸ ਵੀ ਨਾ ਹੋਵੇ, ਕਿਉਂਕਿ ਜੇ ਉਹ ਆਪ ਉਹਨਾਂ ਦਾ ਮੋਰਲ ਅਪ ਰਹੇਗਾ ਤਾਂ ਹੀ ਉਹ ਫੈਮਿਲੀ ਨੂੰ ਬੂਸਟ ਅਪ ਕਰਨਗੇ। ਤਾਂ ਇਸ ਤਰੀਕੇ ਨਾਲ ਉਹ ਆਪਣੇ ਬੱਚਿਆਂ ਦਾ ਔਰ ਫੈਮਿਲੀ ਦਾ ਪੂਰਾ ਕੇਅਰ ਕਰ ਰਹੇ ਹੈ। ਤੁਸੀਂ ਬਹੁਤ ਅੱਛੀ ਗੱਲ ਕੀਤੀ ਕਿ ਜੇਕਰ ਉਹ ਆਪਣਾ ਮੋਰਾਲ ਹਾਈ ਰੱਖਣਗੇ ਤੇ ਆਪਣੀ ਫੈਮਲੀਜ਼ ਦਾ ਵੀ ਮੋਰਾਲ ਹਾਈ ਰੱਖ ਸਕਦੇ ਨੇ, ਉਹਨਾਂ ਦੀ ਹੌਸਲਾ ਅਫਜ਼ਾਈ ਤੇ ਕਰ ਹੀ ਸਕਦੇ ਨੇ। ਪਰ ਕਿਤੇ ਨਾ ਕਿਤੇ ਇਮੋਸ਼ਨਲੀ ਇਸ ਚੀਜ਼ ਨੂੰ ਦੇਖਿਆ ਗਿਆ ਹੈ ਕਿ ਇਸ ਚੀਜ਼ ਨੇ ਮਾਂ ਦੇ ਪਿਆਰ ਨੂੰ ਵੀ ਇਫੈਕਟ ਜ਼ਰੂਰ ਕੀਤਾ ਹੈ। ਦੂਸਰੇ ਪਾਸੇ ਇੱਕ ਸਰਵੇ ਸਾਹਮਣੇ ਆਇਆ ਹੈ ਰੀਸੈਂਟਲੀ ਜੋ ਕਿ ਕਾਫੀ ਮੀਡੀਆ ਨੇ ਹਾਈਲਾਈਟ ਵੀ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੋਪੂਲੇਸ਼ਨ ਹੈ ਉਹ ਬਹੁਤ ਜ਼ਿਆਦਾ ਵਧਣ ਵਾਲੀ ਹੈ। ਸੋ ਇਹ ਕਿੰਨੀ ਕੁ ਵਾਜਿਬ ਚੀਜ਼ ਹੈ ਕਿ ਇਹ ਰਿਲੇਟਿਵਲੀ ਐਕਚੁਅਲੀ ਸਹੀ ਗੱਲ ਹੈ ਜਾਂ ਲੋਕਾਂ ਦੇ ਵਿੱਚ ਅਵੇਅਰਨੈਸ ਹੈ ਇਸ ਚੀਜ਼ ਨੂੰ ਲੈ ਕੇ? ਖੈਰ ਇਸ ਬਾਰੇ ਲੋਕਾਂ ਦੇ ਵਿੱਚ ਅਵੇਅਰਨੈਸ ਕਾਫੀ ਹੈਗੀ ਹੈ ਔਰ ਇਸ ਦੀ ਸਟੱਡੀਜ਼ ਵੀ ਹੋ ਰਹੀਆਂ। ਇਨਫੈਕਟ ਇਹਦੇ 'ਚ ਹਰ ਤਰ੍ਹਾਂ ਦੀ ਪੋਪੂਲੇਸ਼ਨ ਹੈਗੀ ਹੈ। ਨੋਰਮਲ ਜਿਹੜੇ ਹੈਗੇ ਆ ਉਹ ਸਾਡੇ ਕੋਲ ਕਾਫੀ ਲੇਡੀਜ਼ ਔਰ ਕਪਲਸ ਇਸ ਲਈ ਐਡਵਾਈਸ ਲਈ ਆ ਵੀ ਰਹੇ ਹੈ ਕਿ ਜਿਨ੍ਹਾਂ ਨੂੰ ਇਹ ਪਲੈਨਿੰਗ ਅੱਗੇ ਨਹੀਂ ਚਾਹੀਦੀ, ਫੈਮਿਲੀ ਜਿਨ੍ਹਾਂ ਦੀ ਕੰਪਲੀਟ ਹੈ, ਉਹ ਸਾਡੇ ਕੋਲ ਆ ਕੇ ਜਾਂ ਫੋਨ 'ਤੇ ਸਾਰੀ ਸਲਾਹ ਲੈ ਕੇ ਆਪਣੀ ਪ੍ਰੋਪਰ ਕੰਟਰਾਸੈਪਸ਼ਨ ਫੋਲੋ ਕਰ ਰਹੇ ਹੈ। ਔਰ ਇਨ ਦ ਅਦਰ ਹੈਂਡ ਇਟ ਇਜ਼ ਲਾਈਕ ਅ ਪਾਰਟ ਆਫ ਲਾਈਫ ਕਿ ਜਿੱਦਾਂ ਆਪਾਂ ਕਹੀਦਾ ਕਿ ਲਾਈਫ ਗੋਜ਼ ਔਨ। ਤਾਂ ਸਾਡੇ ਕੋਲ ਜੋ ਵੀ ਹੈ, ਕਿਉਂਕਿ ਹੁਣ ਕੁਛ ਮਹੀਨੇ ਹੋ ਗਏ ਆ ਇਸ ਲੋਕਡਾਊਨ ਨੂੰ ਔਰ ਕਰੋਨਾ ਦੀ ਸਥਿਤੀ ਨੂੰ, ਤਾਂ ਪੂਰੇ ਵਰਲਡ ਦੇ ਵਿੱਚ ਜਿੱਦਾਂ ਡਿਲੀਵਰੀਜ਼ ਹੋ ਵੀ ਰਹੀਆਂ ਨੇ, ਨਵੀਂ ਲਾਈਫ ਆ ਵੀ ਰਹੀ ਹੈ। ਔਰ ਇਨਫੈਕਟ ਜਿੱਦਾਂ ਖਾਸ ਤੌਰ 'ਤੇ ਜਿੱਦਾਂ ਅਸੀਂ ਇਨਫਰਟੀਲਿਟੀ ਨਾਲ ਵੀ ਡੀਲ ਕਰੀਦਾ, ਤਾਂ ਪਿੱਛੇ ਇਵਨ ਇੰਟਰਨੈਸ਼ਨਲ ਫੋਰਮ 'ਤੇ ਕੁਝ ਸਪੈਸ਼ਲਿਸਟ ਦੀ ਗੱਲ ਹੋ ਰਹੀ ਸੀ ਤਾਂ ਉਹ ਕਹਿ ਰਹੇ ਆ ਕਿ ਇੱਕ ਤਰ੍ਹਾਂ ਨਾਲ ਫੈਕੰਡਿਟੀ ਜੇ ਵੱਧ ਰਹੀ ਹੈ ਤਾਂ ਜਿਨ੍ਹਾਂ ਨੂੰ ਕਪਲਸ ਨੂੰ ਇਹ ਪਲੈਨਿੰਗ ਕਰਨੀ ਸੀ ਤਾਂ ਉਹਨਾਂ ਲਈ ਇੱਕ ਤਰੀਕੇ ਨਾਲ ਇਹ, ਕਿਉਂਕਿ ਲੋਕ ਘਰ 'ਚ ਹੈਗੇ ਆ, ਆਪਣੇ ਕੰਮ ਦੇ ਸਟ੍ਰੈਸ ਤੋਂ ਦੂਰ ਹੈ, ਤਾਂ ਉਸ ਤਰੀਕੇ ਨਾਲ ਕਪਲਸ ਨੂੰ ਇਹਦਾ ਕੁਛ ਨੂੰ ਫਾਇਦਾ ਵੀ ਹੋ ਰਿਹਾ ਹੈ। ਇਹ ਕਾਫੀ ਕੰਟਰੀਜ਼ ਦੇ ਵਿੱਚ ਇਸ ਤਰ੍ਹਾਂ ਮਹਿਸੂਸ ਕੀਤਾ ਜਾ ਰਿਹਾ ਹੈ। ਲੇਕਿਨ ਬਾਕੀ ਜੋ ਸਾਡੇ ਜ਼ਿੰਮੇਵਾਰ ਕਪਲਸ ਹੈਗੇ ਆ ਜਿਨ੍ਹਾਂ ਦੀ ਫੈਮਿਲੀ ਕੰਪਲੀਟ ਹੈ, ਉਹ ਆ ਕੇ ਪੂਰੀ ਜ਼ਿੰਮੇਵਾਰੀ ਨਾਲ ਸਾਡੇ ਤੋਂ ਆਪਣੀ ਕੰਟਰਾਸੈਪਟਿਵ ਐਡਵਾਈਸ ਲੈ ਰਹੇ ਆ ਔਰ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਬੈਸਟ ਉਹ ਅਵੋਇਡ ਕਰ ਸਕਦੇ ਆ ਐਸੀ ਸਿਚੁਏਸ਼ਨ ਨੂੰ। ਸੋ ਮਤਲਬ ਇੰਡੀਆ ਦੇ ਲੋਕਾਂ ਦੇ ਵਿੱਚ ਇੰਨੀ ਕੁ ਸਮਝਦਾਰੀ, ਇੰਨੀ ਕੁ ਅਵੇਅਰਨੈਸ ਹੈ ਕਿ ਇਹ ਜੋ ਇੱਕ ਅਫਵਾਹ ਕਹਿ ਲਈਏ ਜਾਂ ਇਹ ਜਿਹੜਾ ਸਰਵੇ ਨਿਕਲਿਆ ਹੈ ਉਸ ਦਾ ਜਿਹੜਾ ਰਿਜ਼ਲਟ ਹੈ ਉਹ ਕਿਤੇ ਨਾ ਕਿਤੇ ਗਲਤ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਡਿਜ਼ਾਸਟਰ ਦੇ ਨਾਲ ਪੋਪੂਲੇਸ਼ਨ ਬੂਸਟ ਅਪ ਨਹੀਂ ਹੋਣ ਵਾਲੀ। ਦੇਖੀਏ ਜੋ ਪੋਪੂਲੇਸ਼ਨ ਐਕਸਪਲੋਜਨ ਹੈ ਉਹ ਤਾਂ ਡੈਫੀਨੇਟਲੀ ਇੰਡੀਆ ਦੇ ਲਈ ਇੱਕ ਪ੍ਰੋਬਲਮ ਹੈ, ਜਿਹੜੇ ਵੀ ਜਿਸ ਤਰ੍ਹਾਂ ਦੇ ਓਵਰ ਪੋਪੂਲਸ ਕੰਟਰੀਜ਼ ਹੈ। ਲੇਕਿਨ ਜੋ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਆਪਣੇ ਵੱਲੋਂ ਲੋਕਾਂ ਨੂੰ ਐਜੂਕੇਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਹਾਂ, ਕਈ ਤਰ੍ਹਾਂ ਦੇ ਸਮਾਜ ਦੇ ਤਬਕਿਆਂ ਦੇ ਵਿੱਚ ਜਿਨ੍ਹਾਂ ਨੂੰ ਇਹ ਨੌਲੇਜ ਨਹੀਂ ਹੈ, ਤਾਂ ਅਸੀਂ ਡਾਕਟਰਸ ਦੀ ਜਾਂ ਈਵਨ ਮੀਡੀਆ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਪਾਂ ਸਾਰੇ ਰਲ ਕੇ ਲੋਕਾਂ ਨੂੰ ਇਸ ਬਾਰੇ ਐਜੂਕੇਟ ਕਰੀਏ, ਕਿਉਂਕਿ ਇੰਨੀ ਪੋਪੂਲੇਸ਼ਨ ਐਕਸਪਲੋਜਨ ਨੂੰ ਕੋਈ ਵੀ ਸਿਸਟਮ ਜਾਂ ਕੰਟਰੀ ਹੈਂਡਲ ਨਹੀਂ ਕਰ ਪਾਏਗਾ। ਤਾਂ ਸਾਨੂੰ ਸਾਰਿਆਂ ਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ ਕਿ ਕੱਲ੍ਹ ਨੂੰ ਇਹ ਨਾ ਹੋਵੇ ਕਿ ਆਪਾਂ ਇੱਕ ਸਮੱਸਿਆ ਤੋਂ ਲੜਦੇ ਲੜਦੇ ਕੋਈ ਹੋਰ ਸਮੱਸਿਆ ਆਪਣੀ ਵਧਾ ਲਈਏ। ਤਾਂ ਇਸ ਕਰਕੇ ਤੁਹਾਡਾ ਵੀ ਔਰ ਸਾਡਾ ਵੀ ਸਾਰਿਆਂ ਦਾ ਮਿਲ ਕੇ ਕੰਮ ਹੈ ਕਿ ਲੋਕਾਂ ਨੂੰ ਇਸ ਬਾਰੇ ਐਜੂਕੇਟ ਕਰੀਏ। ਤੇ ਮੈਮ ਇਸ ਪੈਂਡੇਮਿਕ ਦੇ ਚੱਲਦੇ ਹਨ ਲੇਡੀਜ਼ ਨੂੰ ਕਿਹੜੀਆਂ ਪ੍ਰੀਕਾਸ਼ਨਸ ਵਰਤਣੀਆਂ ਚਾਹੀਦੀਆਂ ਨੇ? ਲੇਡੀਜ਼ ਨੂੰ ਇੱਕ ਤਾਂ ਆਪਣਾ ਜਿਹੜਾ ਮੇਨ ਹੈਗਾ ਕਿ ਸਾਨੂੰ ਇਸ ਟਾਈਮ 'ਤੇ ਇਮਿਊਨਿਟੀ ਬੂਸਟਿੰਗ ਦੀ ਜ਼ਰੂਰਤ ਹੈ, ਜੋ ਕਿ ਆਪਣਾ ਹੋਮ ਕੁਕਡ ਹੈਲਦੀ ਫੂਡ ਫਰੈਸ਼ ਹੈ ਔਰ ਇਮਿਊਨਿਟੀ ਬੂਸਟਿੰਗ ਚੀਜ਼ਾਂ ਜੋ ਕਿ ਆਪਣੇ ਇੰਡੀਅਨ ਸਿਸਟਮ ਦੇ ਵਿੱਚ ਵੀ ਕਹਿ ਰਹੇ ਹੈ, ਜਿੱਦਾਂ ਸਾਡੇ ਪ੍ਰਾਈਮ ਮਿਨਿਸਟਰ ਜੀ ਨੇ ਵੀ ਕਿਹਾ ਸੀ ਕਿ ਕੋਈ ਨੈਚੁਰਲ ਹਰਬਸ ਦਾ ਜਾਂ ਜੋ ਤੁਲਸੀ, ਅਦਰਕ, ਹਲਦੀ ਜੋ ਕਿ ਚੀਜ਼ਾਂ ਘਰ ਘਰ ਦੇ ਵਿੱਚ ਅਵੇਲੇਬਲ ਹੈ, ਇਸ ਤਰ੍ਹਾਂ ਦਾ ਯੂਜ਼ੇਜ ਕਰਕੇ ਐਂਡ ਫਰੂਟਸ ਦੀ ਯੂਜ਼ੇਜ ਦੇ ਨਾਲ ਫਰੂਟਸ, ਨਟਸ, ਇਹ ਸਭ ਇਮਿਊਨਿਟੀ ਬਿਲਡਿੰਗ ਫੂਡਸ ਹੈਗੇ ਆ, ਇਹਨਾਂ ਦੀ ਜ਼ਿਆਦਾ ਇਨਟੇਕ ਹੋਣੀ ਚਾਹੀਦੀ ਹੈ।
ਔਰ ਵਿਟਾਮਿਨ ਸੀ ਜਿਹੜਾ ਕਿ ਖਾਸ ਤੌਰ ਤੇ ਫਰੂਟਸ ਦੇ ਵਿੱਚ ਹੈਗਾ, ਔਰ ਇਵਨ ਵਿਟਾਮਿਨ ਸੀ ਦੀਆਂ ਟੈਬਲੇਟਸ ਹੈ ਜੋ ਕਿ ਕੈਮਿਸਟ ਤੋਂ ਮਿਲ ਜਾਂਦੀਆਂ, ਤਾਂ ਇਹਦੇ ਲੈਣ ਦੇ ਨਾਲ ਜਿੱਦਾਂ ਕੋਲਡ ਔਰ ਇਸ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚਾਅ ਹੋ ਸਕਦਾ ਹੈ। ਸੋ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਲੇਡੀਜ਼ ਨੂੰ ਵੀ ਇਫੈਕਟ ਤੇ ਕੀਤਾ ਹੈ, ਬਟ ਦੇ ਕੈਨ ਟੇਕ ਪ੍ਰੀਵੈਂਸ਼ਨਸ। ਤੇ ਆਪਾਂ ਹੁਣ ਗੱਲ ਕਰਦੇ ਹਾਂ ਡਾਕਟਰ ਮੋਹਿਤ ਨੰਦਾ ਜੀ ਦੇ ਨਾਲ ਦੁਬਾਰਾ ਕਿ ਸਰ ਇਸ ਇਫੈਕਟ ਦੇ ਵਿੱਚ, ਇਸ ਕੋਵਿਡ-19 ਦੇ ਇਫੈਕਟ ਦੇ ਵਿੱਚ ਕਿੰਨਾ ਕੁ ਵਾਜਿਬ ਰਹੇਗਾ ਲੋਕਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਆਪਣੇ ਪੇਟ ਦਾ ਖਿਆਲ ਕਿਸ ਤਰੀਕੇ ਨਾਲ ਰੱਖਣਾ ਹੈ ਤੇ ਕਿਹੜੀਆਂ ਪ੍ਰੀਕਾਸ਼ਨਸ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ? मैं अपने सारे सुनने वालों को दसना चाहूँगा कि प्लीज़ सब लोग अपना एक हेल्दी लाइफस्टाइल जारी रखो, जिस चीज़ की मैं रिक्वेस्ट करूँगा कि एटलीस्ट वॉक सारे लोग असी कर सकते हैं। अपना खाना पीना टाइम ते खाना चाहिए कि ब्रेकफास्ट लंच डिनर जिदा एक सैट पैटर्न होंगे कि इस टाइम ते लेना है वो जरूर लैन। एक वैल बैलेंस न्यूट्रिशियस डाइट घर का खाना बेस्ट मनिया जाता है, जिस सारे साढ़े प्रोटीन कैल्शियम विटामिन मिनरल होंगे हैं वही लेने चाहिए हैं। पहला भी सीखा सी बाहरला जंक फूड खाना तो काफ़ी घट गया है, सो घर का खाना बेस्ट मनिया गया है। वो प्लीज़ अपने टाइम पर लो, अपनी रेगुलर एक्सरसाइज वगैरह जरूर करो। जिदा सरकार सानू दसती रहिंदी है कि असी जो चीज़ां करनियां कि मास्क पा के रखना है, अपने हथ धोंदे रहना है, सैनिटाइजेशन नू बहुत इंपॉर्टेंस देनी है, सोशल डिस्टेंसिंग इज़ द मेन वर्ड। ये जे असी सारे लोग फॉलो करांगे तो साडी सारिਆਂ ਦੀ ਹੈਲਥ ਠੀਕ ਰਹੇਗੀ। ਆਉਣ ਵਾਲਾ ਇਹ ਕੰਮ ਹਲੇ ਲੰਬਾ ਚੱਲਣਾ ਹੈ। ਕੋਰੋਨਾ ਵਾਇਰਸ ਕਦੋਂ ਖਤਮ ਹੋਏਗਾ ਕੋਈ ਨਹੀਂ ਦੱਸ ਸਕਦਾ ਹੈ, ਪਰ ਅਸੀਂ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਅਸੀਂ ਇਹ ਸਾਰੀ ਪ੍ਰੀਕਾਸ਼ਨਸ ਲਈਏ, ਆਪਣੀ ਸਿਹਤ ਦਾ ਖਿਆਲ ਰੱਖੀਏ, ਆਪਣੇ ਘਰ ਵਾਲਿਆਂ ਦੀ ਰਿਸਪੌਂਸਿਬਿਲਟੀ ਲਈਏ, ਬੱਚਿਆਂ ਨੂੰ ਪਿਆਰ ਨਾਲ ਸਮਝਾਈਏ, ਬੜਿਆਂ ਦਾ ਖਿਆਲ ਰੱਖੀਏ। ਔਰ ਲੇਕਿਨ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਆਪਣੇ ਡਾਕਟਰ ਨਾਲ ਕੰਸਲਟ ਜ਼ਰੂਰ ਕਰੀਏ। ਤੇ ਸਰ ਕਾਫੀ ਲੋਕਾਂ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲੀ ਹੈ ਕਿ ਲੋਕ ਇਸ ਬਿਮਾਰੀ ਨੂੰ ਲੈ ਕੇ, ਖਾਸ ਤੌਰ ਤੇ ਕੋਵਿਡ-19 ਨੂੰ ਲੈ ਕੇ ਕਾਫੀ ਨੌਨ ਸੀਰੀਅਸ ਨੇ ਜਾਂ ਇਸ ਚੀਜ਼ ਨੂੰ ਲੈ ਕੇ ਚੱਲ ਰਹੇ ਨੇ ਕਿ ਸਾਨੂੰ ਨਹੀਂ ਹੋ ਜਾਏਗਾ। ਇਹ ਕਿੰਨਾ ਕੁ ਸੀਰੀਅਸ ਮੈਟਰ ਹੈ ਤੇ ਲੋਕਾਂ ਨੂੰ ਕਿੰਨਾ ਕੁ ਸੀਰੀਅਸ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਲਈ ਵੀ? ਬੜਾ ਹੀ ਤੁਹਾਡਾ ਇੰਪੋਰਟੈਂਟ ਕੁਐਸਚਨ ਹੈ। ਸਾਨੂੰ ਸਾਰਿਆਂ ਨੂੰ ਸੀਰੀਅਸ ਹੋਣਾ ਹੀ ਪਏਗਾ। ਇਹ ਵਾਇਰਸ ਸਭ ਜਗ੍ਹਾ ਫੈਲਿਆ ਹੋਇਆ ਹੈ, ਕਿਸ ਨੂੰ ਹੋ ਸਕਦਾ ਹੈ, ਕਿਸੇ ਦੇ ਹੱਥ 'ਚ ਹੀ ਨਹੀਂ ਹੈਗਾ। ਡਾਕਟਰਸ ਨੂੰ ਹੋ ਸਕਦਾ ਹੈ, ਮੀਡੀਆ ਵਾਲਿਆਂ ਨੂੰ ਹੋ ਸਕਦਾ ਹੈ, ਪੁਲਿਸ ਵਾਲੇ ਵਿਚਾਰੇ ਇੰਨਾ ਕੰਮ ਕਰ ਰਹੇ ਹਨ, ਉਹ ਵੀ ਸਫਰ ਕਰ ਰਹੇ ਹਨ। ਸੋ ਇੱਕੋ ਹੀ ਬਚਾਅ ਹੈ ਕਿ ਅਸੀਂ ਪ੍ਰੀਕਾਸ਼ਨਸ ਲਈਏ, ਜੋ ਅਸੀਂ ਕਰ ਸਕਦੇ ਹਾਂ ਪ੍ਰੀਕਾਸ਼ਨਸ ਲਈਏ। ਜਿੱਦਾਂ ਮੈਂ ਕਹਿ ਰਿਹਾ ਸੀ, ਮਾਸਕ ਪਾਈਏ, ਹੱਥ ਧੋਈਏ, ਸੈਨੀਟਾਈਜ਼ਰ ਯੂਜ਼ ਕਰੀਏ। ਇਹੀ ਇੱਕ ਆਪਸ਼ਨ ਹੈ ਸਾਡੇ ਕੋਲ ਜਿਹਨੂੰ ਸਾਨੂੰ ਸਟ੍ਰਿਕਟਲੀ ਫੋਲੋ ਕਰਨਾ ਹੀ ਪਏਗਾ ਆਪਣੇ ਬਚਾਅ ਲਈ। ਤੇ ਸਰ ਇਸ ਪੈਂਡੇਮਿਕ ਦੇ ਦੌਰਾਨ ਇੰਡੀਅਨ ਗਵਰਨਮੈਂਟ ਨੇ ਕੁਝ ਹਿਦਾਇਤਾਂ ਜਾਰੀ ਕੀਤੀਆਂ ਸੀਗੀਆਂ, ਉਹ ਕਿਹੜੀਆਂ ਹਿਦਾਇਤਾਂ ਸੀਗੀਆਂ? ਉਹ ਕਿੰਨੀਆਂ ਕਾਰਗਰ ਰਹੀਆਂ, ਕਿੰਨੀਆਂ ਕੁ ਨਾਕਾਮਯਾਬ ਹੋਈਆਂ? ਮੈਡੀਕਲ ਸੈਕਟਰ ਲਈ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਗਵਰਨਮੈਂਟ ਬਾਰ-ਬਾਰ ਸਾਨੂੰ ਗਾਈਡਲਾਈਨਸ ਦਿੰਦੇ ਰਹਿੰਦੇ ਹਨ, ਜੋ ਕਿ ਕਾਫੀ ਹਸਪੀਟਲਸ, ਆਈ ਥਿੰਕ ਸਾਰੇ ਹਸਪੀਟਲਸ ਹੀ ਫੋਲੋ ਕਰਦੇ ਹਨ। ਜਿੱਦਾਂ ਹੀ ਪੇਸ਼ੈਂਟ ਹਸਪੀਟਲ 'ਚ ਆਉਂਦਾ ਹੈ, ਅਸੀਂ ਇੱਕ ਫਲੂ ਕੋਰਨਰ ਬਣਾਇਆ ਹੋਇਆ ਜਿੱਥੇ ਪੇਸ਼ੈਂਟ ਦਾ ਟੈਂਪਰੇਚਰ ਦੇਖਿਆ ਜਾਂਦਾ ਹੈ, ਉਹਦੀ ਹਿਸਟਰੀ ਲਈ ਜਾਂਦੀ ਹੈ ਕਿ ਤੁਹਾਡੇ ਘਰ 'ਚ ਜਾਂ ਆਸ-ਪਾਸ ਕਿਸੇ ਨੂੰ ਕੋਰੋਨਾ ਦਾ ਕੋਈ ਪੇਸ਼ੈਂਟ ਤਾਂ ਨਹੀਂ ਹੈਗਾ, ਉਹਨਾਂ ਦੀ ਕੋਈ ਟਰੈਵਲ ਹਿਸਟਰੀ ਤਾਂ ਨਹੀਂ ਹੈਗੀ। ਇਹ ਜੇ ਸਾਰੇ ਪੁਆਇੰਟਸ ਨਹੀਂ ਹੁੰਦੇ ਫਿਰ ਹੀ, ਔਰ ਉਹਨਾਂ ਦਾ ਫੀਵਰ ਵਗੈਰਾ ਠੀਕ ਹੁੰਦਾ, ਫਿਰ ਪੇਸ਼ੈਂਟ ਅੱਗੇ ਹਸਪੀਟਲ 'ਚ ਐਂਟਰ ਕਰਦਾ ਹੈ ਤਾਂ ਰਿਸਪੈਕਟਿਵ ਡਾਕਟਰ ਨੂੰ ਮਿਲਦਾ ਹੈ। ਅਦਰ ਵੇ ਅਰਾਊਂਡ ਜੇ ਕਿਸੇ ਵੀ ਪੇਸ਼ੈਂਟ ਨੂੰ ਇੱਦਾਂ ਦੀ ਪ੍ਰੋਬਲਮ ਸਾਡੇ ਫਲੂ ਕੋਰਨਰ ਵਾਲੇ ਹੀ ਪਕੜ ਲੈਂਦੇ ਹਨ, ਫਿਰ ਅਸੀਂ ਉਹਨਾਂ ਨੂੰ ਗਾਈਡ ਕਰਦੇ ਹਨ ਕਿ ਤੁਸੀਂ ਇਹਦਾ ਪ੍ਰੋਪਰ ਪਲੀਜ਼ ਚੈੱਕਅਪ ਕਰਾਓ। ਐਸ ਪਰ ਗਵਰਨਮੈਂਟ ਗਾਈਡਲਾਈਨ ਸਿਵਲ ਹਸਪੀਟਲ ਜਾ ਕੇ ਉਹ ਆਪਣਾ ਚੈੱਕਅਪ ਫਿਰ ਕਰਾਉਂਦੇ ਹਨ। ਸੋ ਗਾਈਡਲਾਈਨਸ ਤਾਂ ਇਨ ਪਲੇਸ ਹੈ ਔਰ ਸਾਰੇ ਹਸਪੀਟਲਸ ਆਈ ਥਿੰਕ ਸਾਰੇ ਇਹਨਾਂ ਨੂੰ ਫੋਲੋ ਕਰ ਹੀ ਰਹੇ ਹਨ, ਜਿਹਦੇ ਕਰਕੇ ਥੋੜੀ ਸਿਚੁਏਸ਼ਨ ਕੰਟਰੋਲ 'ਚ ਵੀ ਹੈ। ਔਰ ਆਉਣ ਵਾਲੇ ਸਮੇਂ 'ਚ ਕੋਰੋਨਾ ਵਾਇਰਸ ਰਹੇਗਾ, ਇਹ ਗਾਈਡਲਾਈਨ ਸਾਨੂੰ ਫੋਲੋ ਹੀ ਕਰਨੀਆਂ ਪੈਣਗੀਆਂ, ਆਪਣਾ ਧਿਆਨ ਹੀ ਰੱਖਣਾ ਪਏਗਾ। ਇਹੀ ਇੱਕ ਸੋਲੂਸ਼ਨ ਹੈ। ਤੇ ਸਰ ਗਵਰਨਮੈਂਟ ਨੂੰ ਐਸੇ ਕਿਹੜੇ ਸਟੈਪਸ ਹੁਣ ਚੱਕਣੇ ਚਾਹੀਦੇ ਨੇ? ਮੇਰਾ ਆਖਰੀ ਕੁਐਸਚਨ ਇਹੀ ਰਹੇਗਾ ਕਿ ਗਵਰਨਮੈਂਟਸ ਨੂੰ ਐਸੇ ਕਿਹੜੇ ਸਟੈਪਸ ਚੱਕਣੇ ਚਾਹੀਦੇ ਨੇ ਜਿਹੜੇ ਉਹ ਪਹਿਲਾਂ ਚੱਕ ਸਕਦੀ ਸੀਗੀ ਪਰ ਹਾਲੇ ਤੱਕ ਸਟੈਪਸ ਲਿੱਤੇ ਨਹੀਂ ਗਏ ਹੋ, ਜਾਂ ਐਸੇ ਕਿਹੜੀਆਂ ਰਿਬੇਟਸ ਨੇ ਜਿਹੜੀਆਂ ਕਿ ਪ੍ਰਾਈਵੇਟ ਸੈਕਟਰ ਲਈ, ਪ੍ਰਾਈਵੇਟ ਹੈਲਥ ਸੈਕਟਰ ਲਈ ਸਪੈਸ਼ਲੀ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਨੇ, ਕਿਹੜੇ ਮਾਮਲੇ ਦੇ ਵਿੱਚ? ਸੋ ਪ੍ਰਾਈਵੇਟ ਹੈਲਥ ਸੈਕਟਰ ਦੇ ਆਪਣੇ ਬੜੇ ਖਰਚੇ ਹੁੰਦੇ ਹਨ, ਜੋ ਕਿ ਸਾਡੇ ਜੋ ਗਰੁੱਪਸ ਹੈਗੇ IMA ਵਾਲੇ ਉਹ ਡਿਸਕਸ ਕਰਦੇ ਰਹਿੰਦੇ ਹਨ ਗਵਰਨਮੈਂਟ ਨਾਲ। ਸੋ ਜੋ ਪਰਟੀਕੂਲਰ ਹੋਵੇ ਜਿੱਦਾਂ GST ਕਲੈਕਸ਼ਨ ਹੈ, ਟੈਕਸ ਹੈ, ਪ੍ਰੋਪਰਟੀ ਟੈਕਸ ਹੈ, ਇਹ ਕਈ ਪੁਆਇੰਟਸ ਆਈ ਥਿੰਕ ਜੋ ਸਾਡੇ ਸੀਨੀਅਰ ਲੋਕ ਹੈ ਗਵਰਨਮੈਂਟ ਨਾਲ ਇਨ ਟੱਚ ਹੁੰਦੇ ਰਹਿਣਗੇ ਤਾਂ ਇੱਕ ਪ੍ਰੋਪਰ ਇੱਕ ਵੇ ਆਊਟ ਲੱਭ ਲਿਆ ਜਾਏਗਾ। ਸਾਡਾ ਜੋ ਰੋਲ ਆ ਜਾਂਦਾ ਹੈ ਸਮਾਲ ਸਕੇਲ ਹਸਪੀਟਲਸ ਕਿ ਅਸੀਂ ਆਪਣੇ ਪੇਸ਼ੈਂਟਸ ਦੀ ਹੈਲਪ ਕਰੀਏ, ਉਹਨਾਂ ਨੂੰ ਗਾਈਡ ਕਰੀਏ, ਉਹਨਾਂ ਦਾ ਧਿਆਨ ਰੱਖੀਏ। ਪੇਸ਼ੈਂਟਸ ਦਾ ਇੱਕ ਕੌਨਫੀਡੈਂਸ ਬਣਿਆ ਰਹਿਣਾ ਚਾਹੀਦਾ ਹੈਗਾ ਆਪਣੇ ਡਾਕਟਰ 'ਤੇ ਕਿ ਅਸੀਂ ਉਹਨਾਂ ਲਈ ਅਵੇਲੇਬਲ ਹੈ, 24 ਘੰਟੇ ਅਵੇਲੇਬਲ ਹੈ। ਫੋਨ 'ਤੇ ਹਸਪੀਟਲ ਖੁੱਲ੍ਹਿਆ ਹੀ ਰਹਿੰਦਾ ਹੈ, ਕੋਈ ਐਮਰਜੈਂਸੀ ਹੁੰਦੀ ਹੈ ਤਾਂ ਅਸੀਂ ਆਪ ਆ ਕੇ ਦੇਖਦੇ ਹਾਂ। ਜੋ ਤੁਸੀਂ ਪੁਆਇੰਟ ਪੁੱਛ ਰਹੇ ਗਵਰਨਮੈਂਟ ਵੱਲੋਂ ਮੇਰੀ ਇੱਕ ਸੁਜੈਸ਼ਨ ਹੋ ਸਕਦੀ ਹੈ ਕਿ ਲੈਬ ਟੈਸਟਿੰਗ ਸ਼ਾਇਦ ਹੋਰ ਇਨਕਰੀਜ਼ ਕਰ ਸਕਦੇ ਹਾਂ, ਜਿਹਦੇ ਕਰਕੇ ਜਿੱਦਾਂ ਸਾਡੇ ਰੋਜ਼ ਅਖਬਾਰ 'ਚ ਆਉਂਦੇ ਕਿ ਪੈਂਡਿੰਗ ਰਿਪੋਰਟਸ ਬਹੁਤ ਚੱਲ ਰਹੀਆਂ, ਉਹ ਜੇ ਅਸੀਂ ਨੰਬਰ ਘਟਾ ਲਈਏ ਤਾਂ ਜਿਹੜੇ ਹਾਲੇ ਪੇਸ਼ੈਂਟ ਮਿਸ ਹੋ ਰਹੇ ਆ ਉਹ ਜਲਦੀ ਤੋਂ ਜਲਦੀ ਡਾਇਗਨੋਸ ਹੋ ਜਾਣਗੇ, ਜਿਹਦੇ ਕਾਰਨ ਸ਼ਾਇਦ ਇਹ ਸਿਚੁਏਸ਼ਨ ਹੋਰ ਕੰਟਰੋਲ ਹੋ ਸਕੇ। ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਡਾਕਟਰ ਨੰਦਾ ਨੇ, ਸ਼ਵੇਤਾ ਨੰਦਾ ਨੇ ਤੇ ਮੋਹਿਤ ਨੰਦਾ ਜੀ ਨੇ ਇਹੀ ਗੱਲ ਕਹੀ ਹੈ ਕਿ
ਲੋਕਾਂ ਨੂੰ ਆਪਣੇ ਤੌਰ ਤੇ ਇਹਤਿਆਤ ਵਰਤਣੇ ਜ਼ਰੂਰੀ ਨੇ ਤੇ ਨਾਲੋਂ ਨਾਲ ਜਿਹੜੀ ਗਵਰਨਮੈਂਟ ਹੈ ਉਹਨਾਂ ਨੂੰ ਵੀ ਇੱਕ ਨਵੇਂ ਸਟੈਪਸ ਲੈਣੇ ਚਾਹੀਦੇ ਨੇ ਜਿਸ ਦੇ ਵਿੱਚ ਕਿ ਟੈਸਟਿੰਗ ਨੂੰ ਵਧਾਇਆ ਜਾ ਸਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ ਇਸ ਕਰੋਨਾ ਵਾਇਰਸ ਨੂੰ ਖਤਮ ਕੀਤਾ ਜਾ ਸਕੇ ਜਾਂ ਫਿਰ ਰੋਕਥਾਮ ਕੀਤੀ ਜਾ ਸਕੇ। ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ ਤੋਂ।